ਜ਼ਿਆਦਾਤਰ ਤੁਸੀਂ ਸੋਚਦੇ ਹੋ ਵੀ ਅਸੀਂ ਜਿਵੇਂ ਚਾਹੁੰਦੇ ਹਾਂ ਵੈਸਾ ਹੀ ਹੋਵੇ ਸੰਸਾਰ ਦੇ ਵਿੱਚ। ਜੈਸਾ ਅਸੀਂ ਚਾਹੁੰਦੇ ਹਾਂ ਵੈਸਾ ਘਰ ਦੇ ਵਿੱਚ ਹੋਵੇ। ਕਈ ਸੰਸਾਰ ਦੇ ਵਿੱਚ ਜੈਸਾ ਚਾਹੁੰਦੇ ਹਨ ਵੈਸਾ ਹੋਵੇ ਸੋਚਣ ਲੱਗ ਜਾਂਦੇ ਹਨ, ਤਾਂ ਸੋਚ ਸੋਚ ਕੇ ਹੀ ਨਾਰਾਜ਼ ਹੁੰਦੇ ਰਹਿੰਦੇ ਆ। ਗੁੱਸਾ ਆਉਂਦਾ ਰਹਿੰਦਾ ਹੈ ਵੀ ਇਹ ਗਲਤ ਕਿਉਂ ਹੋ ਰਿਹਾ ਅਤੇ ਬੁਰਾ ਕਿਉਂ ਹੋ ਰਿਹਾ, ਇਹ ਚੰਗਾ ਕਿਉਂ ਨਹੀਂ ਹੁੰਦਾ। ਜਿਹੜੇ ਤੁਹਾਡਾ ਬੁਰਾ ਕੋਈ ਕਰ ਰਿਹਾ ਹੈ ਉਹਦੇ 'ਤੇ ਨਾਰਾਜ਼ਗੀ ਹੁੰਦੀ ਹੈ, ਜਾਂ ਕੋਈ ਬੁਰਿਆਈ ਕਰ ਰਿਹਾ ਹੈ ਜਾਂ ਬੁਰਾ ਕੋਈ ਕਰਮ ਕਰ ਰਿਹਾ ਹੈ ਤੁਹਾਡੇ ਵਰਖਲਾਫ ਹੈ ਕੋਈ, ਤੁਹਾਨੂੰ ਸੋਚ ਸੋਚ ਕੇ ਨਾਰਾਜ਼ਗੀ ਹੁੰਦੀ ਹੈ। ਪਰ ਕਈਆਂ ਨੂੰ ਸਮਾਜ ਦੇ ਵਿੱਚ ਬੁਰਿਆਈ ਦੇਖ ਕੇ ਨਾਰਾਜ਼ ਹੁੰਦੀ ਹੈ, ਕਈਆਂ ਨੂੰ ਦੇਸ਼ ਦੇ ਵਿੱਚ ਬੁਰਿਆਈ ਦੇਖ ਕੇ ਵੀ ਨਾਰਾਜ਼ਗੀ ਹੁੰਦੀ। ਨਾਰਾਜ਼ਗੀ ਦਾ ਦੇਖੋ ਦਾਇਰਾ ਕਿੱਡਾ ਲੰਮਾ ਹੋ ਜਾਂਦਾ, ਜਿੰਨਾ ਹੰਕਾਰ ਬੜਾ ਉਹਨਾਂ ਦਾਇਰਾ ਬੜਾ। ਇਸ ਕਰਕੇ ਰਾਜਨੀਤਿਕ ਲੋਕਾਂ ਨੂੰ ਜ਼ਿਆਦਾ ਨਾਰਾਜ਼ਗੀ ਹੁੰਦੀ ਹੈ ਕਿਉਂਕਿ ਦਾਇਰਾ ਬੜਾ ਹੋ ਗਿਆ। ਅਤੇ ਨਾਰਾਜ਼ਗੀ ਹੁੰਦੀ ਹੈ ਆਦਮੀ ਨੂੰ ਜਦੋਂ ਕੋਈ ਉਹਦੇ ਵਿਪਰੀਤ ਕੰਮ ਕਰਦਾ ਹੈ ਜਾਂ ਕੋਈ ਰੁਕਾਵਟ ਖੜੀ ਕਰ ਦੇਵੇ ਉਹਦੇ ਕੰਮ ਦੇ ਵਿੱਚ। ਜ਼ਿਆਦਾਤਰ ਜਿਹੜੇ ਤੁਹਾਡੀ ਗੱਲ ਨਹੀਂ ਮੰਨਦੇ ਹਨ ਉਹਨਾਂ ਦੇ ਨਾਲ ਵਿਰੋਧ ਹੋ ਜਾਂਦਾ ਹੈ। ਜਿਹੜੇ ਤੁਹਾਡੀ ਗੱਲ ਮੰਨਦੇ ਹਨ ਉਹਨਾਂ ਦੇ ਨਾਲ ਮੋਹ ਹੋ ਜਾਂਦਾ ਹੈ। ਜਿਹੜੇ ਲੋਕ ਭਾਵੇਂ ਤੁਹਾਡੇ ਆਪਣੇ ਵੀ ਹਨ, ਆਪਣੇ ਤੁਸੀਂ ਬਣਾਇਆ ਹੈ, ਆਪਣਾ ਪਰਾਇਆ ਤਾਂ ਕੋਈ ਵੀ ਨਹੀਂ, ਪਰ ਜਿਨ੍ਹਾਂ ਨੂੰ ਤੁਸੀਂ ਆਪਣੇ ਕਹਿੰਦੇ ਹੋ, ਆਪਣੇ ਉਹਨਾਂ ਨੂੰ ਹੀ ਕਹਿੰਦੇ ਹੋ ਜਿਨ੍ਹਾਂ ਦੇ ਨਾਲ ਮੋਹ ਹੈ। ਫਿਰ ਜਿਹੜੇ ਤੁਹਾਡੀ ਗੱਲ ਜ਼ਿਆਦਾ ਮੰਨਦੇ ਹਨ ਉਹਨਾਂ ਨਾਲ ਜ਼ਿਆਦਾ ਮੋਹ ਹੈ, ਅਤੇ ਜਿਹੜੇ ਨਹੀਂ ਮੰਨਦੇ ਹਨ ਉਹਨਾਂ ਦੇ ਨਾਲ ਈਰਖਾ ਹੁੰਦੀ ਹੈ, ਨਫ਼ਰਤ ਹੁੰਦੀ, ਕ੍ਰੋਧ ਹੁੰਦਾ ਹੈ। ਫਿਰ ਇਹ ਕ੍ਰੋਧ ਵੱਧਦਾ ਰਹਿੰਦਾ ਹੈ। ਸੋਚਿਆ ਵੀ ਸੋਚ ਸੋਚ ਕੇ ਹੀ ਆਦਮੀ ਵਧਾਈ ਜਾਂਦਾ ਹੈ, ਕਿਉਂਕਿ ਜਿਹਦੇ ਨਾਲ ਨਫ਼ਰਤ ਹੈ, ਈਰਖਾ ਹੈ, ਉਹਨੂੰ ਜਦੋਂ ਵੀ ਦੇਖਦਾ ਹੈ ਤਾਂ ਉਹਨੂੰ ਉਹਦੇ ਵਿੱਚ ਚਲਾਕੀ ਨਜ਼ਰ ਆਊਗੀ, ਉਹਦੇ 'ਚ ਸ਼ੈਤਾਨੀ ਨਜ਼ਰ ਆਊਗੀ ਕਿ ਮੇਰੇ ਨਾਲ ਕੁਛ ਕਰ ਰਿਹਾ ਹੈ ਸ਼ੈਤਾਨੀ, ਕੋਈ ਚਲਾਕੀ, ਮੇਰੇ 'ਤੇ ਕੁਛ ਅਟੈਕ ਕਰ ਰਿਹਾ ਹੈ ਕਿਸੇ ਢੰਗ ਨਾਲ। ਕਈ ਕਹਿਣਗੇ, ਸੋਚਣਗੇ ਵੀ ਸਾਡੇ 'ਤੇ ਜਾਦੂ ਟੂਣਾ ਹੀ ਕਰ ਰਿਹਾ ਕੋਈ, ਭਾਵੇਂ ਕਰ ਵੀ ਨਾ ਰਿਹਾ ਹੋਵੇ, ਪਰ ਇੱਕ ਵਾਰ ਸੋਚ ਲਿਆ ਵੀ ਕੋਈ ਮੰਤਰ ਪੜ੍ਹ ਰਿਹਾ, ਸਾਡੇ ਵਰਖਲਾਫ ਕੋਈ ਚੱਲ ਰਿਹਾ ਚਾਲ, ਉਹਦੇ ਵੱਲ ਖਿਆਲ ਜ਼ਿਆਦਾ ਬਣਿਆ ਰਹਿੰਦਾ ਹੈ, ਜ਼ਿਆਦਾ ਵਿਚਾਰਧਾਰਾ ਚੱਲਦੀ ਹੈ, ਅਤੇ ਵਿਚਾਰਧਾਰਾ ਕਰਕੇ ਹੀ ਆਦਮੀ ਕ੍ਰੋਧੀ ਹੁੰਦਾ ਰਹਿੰਦਾ, ਕਿਉਂਕਿ ਗੁੱਸਾ ਆਉਂਦਾ ਰਹਿੰਦਾ ਹੈ, ਅਤੇ ਗੁੱਸੇ ਕਰਕੇ ਵਿਚਾਰਧਾਰਾ ਹੋਰ ਜ਼ਿਆਦਾ ਚੱਲਦੀ ਹੈ। ਇਹੋ ਹੀ ਮੈਂ ਅਕਸਰ ਕਹਿੰਦਾ ਹਾਂ ਵੀ ਨੈਗੇਟਿਵਿਟੀ 'ਤੇ ਵਿਚਾਰਧਾਰਾ ਜ਼ਿਆਦਾ ਚੱਲੇਗੀ, ਬੁਰਿਆਈ 'ਤੇ। ਭਲੇ ਲੋਕਾਂ 'ਤੇ ਵਿਚਾਰਧਾਰਾ ਘੱਟ ਚੱਲਦੀ ਹੈ, ਕਿਉਂਕਿ ਭਲਾਈ ਤੁਸੀਂ ਸੋਚ ਲਈ ਇੱਕ ਵਾਰ ਖਿਆਲ ਵਿੱਚ ਆ ਗਈ ਵੀ ਇਹ ਭਲਾ ਮਨੁੱਖ ਇਹਦੇ 'ਚ ਆ ਗੁਣ ਹੈ, ਅਤੇ ਬਹੁਤੇ ਨਹੀਂ ਸੋਚਦੇ ਉਹਦੇ ਬਾਰੇ। ਪਰ ਬੁਰੇ ਬਾਰੇ ਤੁਸੀਂ ਜ਼ਿਆਦਾ ਸੋਚਦੇ ਹੋ, ਫਿਰ ਉਹਦੇ 'ਚ ਹੋਰ ਬੁਰਿਆਈਆਂ ਨਜ਼ਰ ਆਉਣ ਲੱਗ ਜਾਂਦੀਆਂ, ਹੋਰ ਸੋਚਦੇ ਹੋ ਹੋਰ ਬੁਰਿਆਈਆਂ ਨਜ਼ਰ ਆ ਲੱਗ ਜਾਂਦੀਆਂ। ਫਿਰ ਲਾਗਤਬਾਜ਼ੀ ਹੋਵੇ ਅਤੇ ਹੋਰ ਜ਼ਿਆਦਾ ਖਿਆਲ ਬਣਿਆ ਰਹਿੰਦਾ ਹੈ। ਫਿਰ ਉਹਨੂੰ ਸਬਕ ਸਿਖਾਉਣ ਦਾ ਵੀ ਖਿਆਲ ਬਣਿਆ ਰਹਿੰਦਾ ਹੈ, ਆਦਮੀ ਮੌਕਾ ਦੇਖਦਾ ਰਹਿੰਦਾ ਹੈ। ਕਈ ਇਉਂ ਹੀ ਕ੍ਰੋਧਿਤ ਹੁੰਦੇ ਇਹੋ ਜਿਹਾ ਵੀ ਕੰਮ ਕਰ ਲੈਂਦੇ ਹਨ ਜਿਹੜਾ ਉਹ ਕਰਨਾ ਨਹੀਂ ਸੀ ਚਾਹੁੰਦੇ। ਕਈ ਐਸਾ ਕਹਿੰਦੇ ਵੀ ਹਨ ਵੀ ਅਸੀਂ ਇਹਨੂੰ ਮਾਰਨਾ ਨਹੀਂ ਸੀ ਚਾਹੁੰਦੇ, ਅਟੈਕ ਨਹੀਂ ਸੀ ਕਰਨਾ ਚਾਹੁੰਦੇ, ਪਰ ਅਟੈਕ ਹੋ ਗਿਆ ਕਿਉਂਕਿ ਸੋਚ ਹੀ ਇੰਨਾ ਲਿਆ ਉਹਦੇ ਬਾਰੇ,
ਸੋਚ ਸੋਚ ਕੇ ਵੀ ਬੰਦਾ ਉਧਰ ਨੂੰ ਚੱਲ ਪੈਂਦਾ ਨਾ, ਕਿਉਂਕਿ ਸੋਚ ਦਾ ਗੁਲਾਮ ਹੈ ਨਾ ਬੰਦਾ। ਤੁਸੀਂ ਪਰਤੰਤਰ ਹੋ ਆਪਣੀ ਸੋਚ ਦੇ, ਵਿਚਾਰ ਦੇ। ਇਸ ਕਰਕੇ ਮਨ ਦੇ ਪਰਤੰਤਰ ਕਹਿੰਦੇ ਜਾਂਦੇ ਹਨ। ਮਨਮੁਖ, ਮਨਮੁਖ ਦਾ ਭਾਵ ਹੁੰਦਾ ਮਨ ਦੇ ਪਰਤੰਤਰ, ਮਨ ਦੀ ਵਿਚਾਰਧਾਰਾ ਦੇ ਗੁਲਾਮ। ਅਤੇ ਜਿਹੜਾ ਕ੍ਰੋਧੀ ਹੈ ਉਹ ਵੀ ਗੁਲਾਮੀ, ਜਿਹੜਾ ਮੋਹ ਗ੍ਰਸਤ ਹੈ, ਵਿਚਾਰਧਾਰਾ ਤੁਹਾਡੇ ਅੰਦਰ ਚੱਲ ਰਹੀ ਹੈ, ਉਹਦੇ ਤੁਸੀਂ ਗੁਲਾਮ ਹੋ, ਉਹਨੂੰ ਰੋਕ ਨਹੀਂ ਸਕਦੇ ਹੋ। ਕੋਈ ਵੀ ਵਿਚਾਰਧਾਰਾ ਚੱਲ ਰਹੀ ਹੋਵੇ, ਤੁਹਾਨੂੰ ਰੋਕ ਨਹੀਂ ਸਕਦੇ ਹੋ। ਬਹੁਤ ਕੋਸ਼ਿਸ਼ ਕਰੋ ਤਾਂ ਵੀ ਨਹੀਂ ਰੁਕਦੀ। ਇਸੇ ਕਰਕੇ ਕਹਿੰਦੇ ਹਨ ਵੀ ਮਨਮੁਖ ਤੋਂ ਗੁਰਮੁਖ ਬਣ ਜਾਓ, ਧਿਆਨ ਬਦਲ ਲਓ, ਵਿਚਾਰਧਾਰਾ ਬਦਲ ਜਾਵੇਗੀ। ਅਤੇ ਵਿਚਾਰਧਾਰਾ ਬਦਲ ਗਈ ਤੁਹਾਡੀ, ਧਾਰਾ ਦੂਸਰੇ ਪਾਸੇ ਹੋ ਗਈ, ਸੰਸਾਰ ਤੋਂ ਉਲਟ ਹੋ ਗਈ, ਅਤੇ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ। ਫਿਰ ਉਲਟੇ ਪਾਸੇ ਚਲੇਗੀ ਨਾ, ਫਿਰ ਨਿਕਲਣੇ ਸ਼ੁਰੂ ਹੋ ਗਏ ਵਿਚਾਰ। ਭਾਵ ਕਿ ਨਿਰਵਿਚਾਰ ਵੱਲ ਨੂੰ ਤੁਰ ਪਏ, ਗੁਰੂ ਵੱਲ ਨੂੰ ਤੁਰ ਪਏ, ਕਿ ਨਿਰਵਿਚਾਰ ਵੱਲ ਨੂੰ ਤੁਰ ਪਏ, ਪਰਮਾਤਮਾ ਵੱਲ ਨੂੰ ਤੁਰ ਪਏ। ਅਤੇ ਵਿਚਾਰਧਾਰਾ ਵੱਧਦੀ ਹੈ ਸੰਸਾਰ ਵੱਲ, ਫਿਰ ਜ਼ਿਆਦਾ ਵੱਧਦੀ ਹੈ ਨਫ਼ਰਤ, ਈਰਖਾ, ਦਵੈਸ਼ ਕਰਕੇ, ਨਿੰਦਾ ਕਰਕੇ, ਦੂਸਰੇ ਦੀ ਬੁਰਿਆਈ ਦੇਖ ਕੇ, ਬੁਰਿਆਈ ਸੋਚ ਕੇ। ਬਹੁਤ ਚੱਲ ਰਹੀ ਹੈ ਜੋ ਕਿ ਸਮੇਂ 'ਚ ਸੋਸ਼ਲ ਮੀਡੀਆ 'ਤੇ ਇੱਕ ਦੂਸਰੇ ਦੀ ਬੁਰਿਆਈ ਧਾਰਮਿਕ ਲੋਕ ਕਰੀ ਜਾਂਦੇ ਹਨ, ਰਾਜਨੀਤਿਕ ਲੋਕ ਕਰੀ ਜਾਂਦੇ, ਅਤੇ ਬਹੁਤ ਮਨ ਚੱਲਦਾ ਹੈ। ਇਸੇ ਕਰਕੇ ਮਨ ਜ਼ਿਆਦਾ ਚੱਲਣ ਲੱਗ ਪਿਆ ਲੋਕਾਂ ਦਾ, ਆਵਾਗਾਉਣ ਚੱਲੀ ਜਾਂਦਾ ਦਿਨ ਰਾਤ ਬਹੁਤ ਸਪੀਡ ਨਾਲ। ਕਈਆਂ ਨੂੰ ਨੀਂਦ ਵੀ ਨਹੀਂ ਆਉਂਦੀ ਹੈ ਰਾਤ ਨੂੰ, ਇੰਨੀ ਸਪੀਡ ਨਾਲ ਚੱਲਦਾ, ਰੁਕਦਾ ਨਹੀਂ ਨਾ ਫਿਰ। ਅਤੇ ਵਿਚਾਰਧਾਰਾ ਜ਼ਿਆਦਾ ਚੱਲਦੀ ਹੈ ਨੈਗੇਟਿਵਿਟੀ 'ਤੇ। ਕੁਛ ਕੁ ਬੁਰੇ ਲੋਕ ਹਨ, ਤੁਸੀਂ ਸੋਚ ਲਓ ਵੀ ਤੁਹਾਡੇ ਕੋਲ ਜਿਹੜੇ ਹਨ, ਅਗਰ ਸਾਰੇ ਹੀ ਚੰਗੇ ਲੋਕ ਹੋਣਗੇ ਤਾਂ ਤੁਹਾਡਾ ਮਨ ਘੱਟ ਚੱਲੇਗਾ। ਤੁਸੀਂ ਚੰਗੇ ਲੋਕ ਹੋਣਗੇ ਨਹੀਂ, ਤੁਸੀਂ ਸੋਚ ਲਿਆ ਵੀ ਸਭ ਚੰਗੇ ਹਨ, ਖਿਆਲ ਕਰ ਲਿਆ ਵੀ ਸਾਰੇ ਚੰਗੇ ਹਨ, ਵੀ ਤੁਹਾਡਾ ਮਨ ਘੱਟ ਚੱਲੇਗਾ। ਅਗਰ ਤੁਸੀਂ ਖਿਆਲ ਵਿੱਚ ਲੈ ਲਿਆ ਵੀ ਕੁਛ ਕੁ ਬੁਰੇ ਲੋਕ ਹਨ, ਜਾਂ ਪਰਿਵਾਰ ਦਾ ਮੈਂਬਰ ਕੋਈ ਬੁਰਾ ਹੈ, ਅਤੇ ਫਿਰ ਤੁਹਾਡਾ ਮਨ ਉਹਦੇ 'ਤੇ ਜ਼ਿਆਦਾ ਚੱਲੇਗਾ, ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹੋਗੇ। ਅਕਸਰ ਇਸਤਰੀਆਂ ਪਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ, ਅਤੇ ਉਹਨਾਂ ਦੇ ਬਾਰੇ ਸੋਚਦੀਆਂ ਰਹਿੰਦੀਆਂ। ਕਈ ਬੱਚਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਬੱਚਿਆਂ ਬਾਰੇ ਸੋਚਦੇ ਰਹਿੰਦੇ। ਕਈ ਆਂਢੀਆਂ ਗੁਆਂਢੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ, ਕਈ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਦੂਸਰੇ ਨੂੰ ਸੁਧਾਰਨਾ, ਵਿਗੜਿਆ ਹੋਇਆ ਕਹਿੰਦੇ ਨਾ, ਸਮਾਜ ਵਿਗੜਿਆ ਹੋਇਆ, ਉਹਨਾਂ ਨੂੰ ਵੀ ਬੜਾ ਗੁੱਸਾ ਆਉਂਦਾ ਹੈ। ਜੋ ਸਟੇਜ 'ਤੇ ਬੋਲਣਗੇ ਤੁਸੀਂ ਦੇਖਿਓ, ਬੜੇ ਗੁੱਸੇ ਦੇ ਵਿੱਚ ਕਈ ਭਰ ਕੇ ਬੋਲਣਗੇ ਧਾਰਮਿਕ ਲੋਕ, ਇਹ ਸਭ ਵਿਗੜ ਗਿਆ ਸਮਾਜ, ਹੈ ਧਾਰਮਿਕ ਹੋ ਗਿਆ, ਪਾਪੀ ਹੋ ਗਏ, ਇਹਨਾਂ ਸਾਰਿਆਂ ਨੂੰ ਸੁਧਾਰਨਾ ਪੈਣਾ। ਤੋਂ ਕ੍ਰੋਧੀ ਜ਼ਿਆਦਾ ਹੋ ਜਾਂਦੇ ਹਨ, ਉਹ ਫਿਰ ਦੇਖਦੇ ਵੀ ਨਹੀਂ ਸੁਧਾਰ ਲੱਗਿਆ। ਉਹ ਕਹਿੰਦੇ ਨਾ ਸਹੀ ਢੰਗ ਦੇ ਨਾਲ ਸੁਧਰੋਗੇ ਤਾਂ ਅਸੀਂ ਜ਼ਬਰਦਸਤੀ ਵੀ ਸੁਧਾਰ ਲੈਣਾ। ਧਾਰਮਿਕ ਲੋਕ ਫਿਰ ਜ਼ਬਰਦਸਤੀ ਸੁਧਾਰ ਲੱਗ ਜਾਂਦੇ। ਨਹੀਂ, ਸੁਧਾਰਨਾ ਨਹੀਂ ਹੈ ਕਿਸੇ ਨੂੰ ਵੀ, ਸਭ ਸੁਧਰੇ ਹੀ ਹੋਏ ਹਨ, ਕਿਉਂਕਿ ਸਾਰਿਆਂ ਨੂੰ ਪਰਮਾਤਮਾ ਚਲਾ ਰਿਹਾ ਹੈ। ਅਤੇ ਜਿਸ ਢੰਗ ਨਾਲ ਚਲਾਉਣਾ ਹੈ ਜਿਹਨੂੰ, ਉਸ ਢੰਗ ਨਾਲ ਹੀ ਚਲਾ ਰਿਹਾ ਹੈ। ਇੱਕੋ ਢੰਗ ਨਾਲ ਨਹੀਂ ਚਲਾਵੇਗਾ ਸਾਰਿਆਂ ਨੂੰ। ਅਗਰ ਤੁਸੀਂ ਸੋਚ ਲਓ ਵੀ ਇੱਕੋ ਢੰਗ ਦੇ ਲੋਕ ਹੋਣ ਸਾਰੇ, ਕਿਵੇਂ ਚੱਲੇਗਾ ਸੰਸਾਰ? ਨਹੀਂ, ਹਰ ਇੱਕ ਅਲੱਗਾ ਢੰਗ ਦਾ ਹੋਵੇਗਾ, ਵਿਪਰੀਤ ਸੋਚ ਦਾ ਹੋਵੇਗਾ, ਵਿਪਰੀਤ ਖਿਆਲਾਤ ਦਾ ਹੋਵੇਗਾ। ਇਸ ਕਰਕੇ ਵਿਪਰੀਤ ਸੋਚ, ਵਿਪਰੀਤ ਖਿਆਲਾਤ ਬਣ ਜਾਂਦੇ ਹਨ ਆਦਮੀ ਦੇ, ਉਸ ਢੰਗ ਨਾਲ ਹੀ ਸੋਚਦਾ ਹੈ। ਅਤੇ ਹਰ ਇੱਕ ਦੇ ਭਿੰਨ ਭਿੰਨ ਖਿਆਲਾਤ ਹਨ, ਭਿੰਨ ਭਿੰਨ ਸੋਚ ਹੈ। ਜੈਸੇ ਸਮਾਜ ਦੇ ਵਿੱਚ ਕੋਈ ਰਹਿ ਰਿਹਾ ਹੈ, ਵੈਸੀ ਹੀ ਸੋਚ ਬਣ ਗਈ। ਇਸੇ ਕਾਰਨ ਕਿਹਾ ਜਾਂਦਾ ਹੈ ਸਮਾਜ ਛੱਡਣਾ। ਸਮਾਜ ਛੱਡਣ ਦਾ ਭਾਵ ਇਹ ਨਹੀਂ ਹੈ ਵੀ ਸਮਾਜ ਜਿਹੜਾ ਬਾਹਰ ਹੈ ਇਹਨੂੰ ਛੱਡਣਾ ਹੈ, ਨਹੀਂ, ਸਮਾਜਿਕ ਸੋਚ ਛੱਡਣੀ ਹੈ, ਸਮਾਜਿਕ ਵਿਚਾਰਧਾਰਾ ਛੱਡਣੀ ਹੈ। ਜੋ ਤੁਹਾਨੂੰ ਸਮਾਜ ਨੇ ਸਿਖਾ ਦਿੱਤਾ ਹੈ ਇਹਨੂੰ ਛੱਡਣਾ ਹੈ, ਇਹ ਵਾਸਤਵਿਕ ਨਹੀਂ ਹੈ। ਸਮਾਜ ਕੀ ਸਿਖਾਉਂਦਾ ਹੈ ਤੁਹਾਨੂੰ?
ਤੁਹਾਨੂੰ ਜੋ ਵੀ ਸਿਖਾਇਆ ਹੈ ਸਮਾਜ ਨੇ, ਤੁਹਾਡਾ ਆਪਣਾ ਕੁਝ ਵੀ ਨਹੀਂ ਹੈ ਇਹਦੇ ਵਿੱਚ, ਸਭ ਸਮਾਜ ਦਾ ਹੈ। ਜੋ ਬਾਹਰ ਤੁਸੀਂ ਸਮਾਜਿਕ ਰਿਸ਼ਤੇਦਾਰੀਆਂ ਜੋੜੀਆਂ ਹਨ, ਸਭ ਸਮਾਜ ਨੇ ਸਿਖਾਈਆਂ ਹਨ। ਪਸ਼ੂਆਂ ਦੇ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੈ। ਕੀ ਗੱਲ, ਇਹ ਜੀਂਦੇ ਨਹੀਂ ਹੈ? ਪੰਛੀਆਂ 'ਚ ਕੋਈ ਰਿਸ਼ਤੇਦਾਰੀ ਨਹੀਂ, ਉਹ ਵੀ ਜੀ ਜਾਂਦੇ। ਮਨੁੱਖ ਹੀ ਰਿਸ਼ਤੇਦਾਰੀਆਂ 'ਚ ਫਸਿਆ ਹੋਇਆ ਅਤੇ ਸਮਾਜ ਨੇ ਸਿਖਾਤੀ। ਫਿਰ ਕਿਹਦਾ ਇੱਜ਼ਤ ਮਾਣ ਕਰਨਾ, ਕਿਹਦਾ ਨਹੀਂ ਕਰਨਾ, ਕਿਹਨੂੰ ਕਿਹੜਾ ਜਾਤੀ ਦਾ ਹੈ, ਕਿਹਦਾ ਆਦਰ ਕਰਨਾ, ਕਿਵੇਂ ਕਰਨਾ, ਉਹ ਸਭ ਕੁਝ ਸਮਾਜ ਨੇ ਸਿਖਾਇਆ ਹੋਇਆ, ਜਾਤ ਪਾਤ ਦੇ ਵਿੱਚ ਵੰਡਿਆ ਹੋਇਆ। ਅਤੇ ਕੁਛ ਸਮਾਜ ਸਿਖਾਉਂਦਾ ਹੈ, ਕੁਛ ਰਾਜਨੀਤਿਕ ਲੋਕ ਸਿਖਾ ਰਹੇ ਹਨ, ਅਤੇ ਉਹ ਤੁਸੀਂ ਸਿੱਖ ਰਹੇ ਹੋ। ਕੁਛ ਧਾਰਮਿਕ ਲੋਕ ਸਿਖਾ ਰਹੇ ਹਨ, ਧਾਰਮਿਕ ਸਿੱਖਿਆ ਦੇ ਰਹੇ ਹਨ, ਤਾਂ ਉਹ ਵੀ ਬਾਹਰ ਦੀ ਹੈ। ਅਤੇ ਜਿੰਨੀ ਵੀ ਇਹ ਸਿੱਖਿਆ ਹੈ ਤੁਹਾਡੀ, ਇਹੋ ਹੀ ਛੱਡਣੀ ਹੈ, ਇਹ ਸਿਖਾਵਨ। ਤੁਸੀਂ ਇਹਦੇ ਨਾਲ ਜੁੜ ਕੇ ਸੋਚਦੇ ਹੋ। ਜਦੋਂ ਤੁਸੀਂ ਸੁਣਦੇ ਵੀ ਹੋ ਅਤੇ ਧਾਰਮਿਕ ਖਿਆਲਾਤ ਦੁਆਰਾ ਤੁਸੀਂ ਸੋਚਦੇ ਹੋ ਵੀ ਇਹ ਠੀਕ ਕਹਿ ਰਹੇ ਨਹੀਂ। ਜੋ ਤੁਹਾਨੂੰ ਸਿਖਾਇਆ ਗਿਆ ਹੈ ਜਾਂ ਜੋ ਤੁਸੀਂ ਪੜ੍ਹਿਆ ਹੈ, ਜੋ ਤੁਸੀਂ ਧਰਮ ਦਾ ਸੁਣਿਆ ਹੈ ਫਲਸਫਾ, ਉਹਨੂੰ ਸੋਚ ਕੇ ਤੁਸੀਂ ਖਿਆਲ ਵਿੱਚ ਰੱਖ ਕੇ ਸੁਣਦੇ ਹੋ, ਜੱਜਮੈਂਟ ਕਰਦੇ ਹੋ ਵੀ ਠੀਕ ਕਿਹਾ ਹੈ ਕਿ ਨਹੀਂ ਕਿਹਾ। ਪਰ ਉਹ ਸਮਾਜਿਕ ਬਾਹਰ ਦੀ ਸਿੱਖਿਆ ਹੈ। ਤੋ ਬਾਹਰੋਂ ਤੁਸੀਂ ਸਿੱਖ ਲਿਆ। ਅਤੇ ਸਮਾਜਿਕ ਸਿੱਖਿਆ ਜਿਹੜੀ ਹੈ, ਇਹ ਵੀ ਹੰਕਾਰ ਸਿਖਾਉਂਦੀ ਹੈ। ਹੰਕਾਰ ਹੀ ਸਿਖਾਉਂਦੀ ਹੈ ਨਾ, ਵੀ ਤੁਸੀਂ ਜਾਣਦੇ ਨਹੀਂ ਹੋ ਤੁਸੀਂ ਕੌਣ ਹੋ, ਕਿਹਦੇ ਨਿਆਣੇ ਹੋ, ਕਿਹੜੀ ਕੁਲ ਦੇ ਵਿੱਚ ਪੈਦਾ ਹੋਏ ਹੋ। ਤੁਹਾਡੀ ਕੁਲ ਵੱਲ ਕੋਈ ਅੱਖ ਦੇ ਕੇ ਚੱਕ ਕੇ ਨਹੀਂ ਦੇਖ ਸਕਦਾ, ਤੁਹਾਡੇ ਘਰ ਵੱਲ ਤੁਹਾਡੀ ਧੀ ਭੈਣ ਨੂੰ ਕੋਈ ਕੁਛ ਕਹਿ ਨਹੀਂ ਸਕਦਾ। ਦੂਸਰੇ ਨੂੰ ਕਹਿ ਦੇਵੇ, ਦੂਸਰੇ ਦੀ ਧੀ ਭੈਣ ਨੂੰ ਭਾਵੇਂ 100, ਪਰ ਆਪਣੀ ਨੂੰ ਨਹੀਂ ਕੋਈ ਕਹਿਣ ਦਿੰਦਾ, ਕਿਉਂਕਿ ਉੱਥੇ ਹੰਕਾਰ ਨੂੰ ਚੋਟ ਲੱਗਦੀ ਹੈ ਨਾ, ਕੋਈ ਕਹਿ ਦੇਵੇ। ਅਤੇ ਬਹੁਤ ਜ਼ਿਆਦਾ ਹੰਕਾਰੀ ਲੋਕ ਫਿਰ ਹਿੰਸਾ ਵੀ ਕਰ ਲੈਂਦੇ ਹੈ, ਆਪਣਿਆਂ ਨੂੰ ਹੀ ਮਾਰ ਦਿੰਦੇ ਹਨ। ਕਈ ਇੰਨੇ ਕਰੋਧੀ ਹੋ ਜਾਂਦੇ ਹਨ ਕਿਉਂਕਿ ਹੰਕਾਰੀ ਜ਼ਿਆਦਾ ਹਨ। ਇਸਤਰੀਆਂ 'ਤੇ ਅਕਸਰ ਜ਼ੁਲਮ ਹੁੰਦੇ ਰਹੇ ਹਨ ਹੰਕਾਰੀ ਲੋਕਾਂ ਦੇ ਕਰਕੇ। ਹੰਕਾਰ ਦਾ ਪ੍ਰਤੀਕ ਬਣਾ ਲਿਆ ਇਸਤਰੀ ਨੂੰ। ਮੇਰੀ ਇਸਤਰੀ, ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ। ਅਤੇ ਮੇਰੀ ਉਹਦੇ ਨਾਲ ਜੋੜ ਲਿਆ ਆਪਣੇ ਹੰਕਾਰ। ਅਤੇ ਜਿੰਨਾ ਨਿਰਹੰਕਾਰੀ ਹੋਵੇਗਾ, ਓਨਾ ਕਰੋਧੀ ਘੱਟ ਹੋਵੇਗਾ। ਅਤੇ ਇੱਧਰ ਨਿਰਹੰਕਾਰੀ ਹੋਣ ਦੀ ਹੀ ਕਲਾ ਦੱਸੀ ਜਾ ਰਹੀ ਹੈ ਵੀ ਆਪਣੇ ਆਪ ਨੂੰ ਜਣਾਓ ਨਾ ਕੁਛ, ਤੁਸੀਂ ਕੁਛ ਹੋ ਥੋੜ੍ਹੀ। ਤੁਸੀਂ ਖਿਆਲ ਕਰ ਲਿਆ, ਬਣਾ ਲਿਆ ਕੁਛ, ਆਪਣਾ ਰੁਤਬਾ ਕਾਇਮ ਕਰ ਲਿਆ। ਨਹੀਂ, ਤੁਸੀਂ ਕੁਛ ਵੀ ਨਹੀਂ ਹੋ, ਨਾ ਕੁਛ ਹੋਣਾ ਹੈ। ਇਹਨੂੰ ਕਿਹਾ ਹੈ ਮਿਟਣਾ ਹੈ, ਆਪ ਆਪਣਾ ਗਵਾਉਣਾ ਹੈ, ਨਾ ਕੁਛ ਹੋਣਾ ਹੈ। ਆਪ ਗਵਾਈਏ ਤਾਂ ਸਹੁ ਪਾਏ, ਵਿਨਮਰ ਹੋਣਾ ਹੈ। ਇਹੋ ਹੀ ਹੈ, ਝੁਕਣਾ ਹੈ। ਫਿਰ ਸਰੀਰ ਕਰਕੇ ਨਹੀਂ, ਮਨ ਕਰਕੇ। ਜਿਹੜਾ ਜਿੰਨਾ ਝੁਕ ਜਾਂਦਾ ਹੈ ਵੀ ਮੈਂ ਕੁਝ ਵੀ ਨਹੀਂ, ਜਦੋਂ ਮੈਂ ਕੁਝ ਵੀ ਨਹੀਂ ਹਾਂ ਤਾਂ ਚੋਟ ਥੋੜ੍ਹੀ ਲੱਗੇਗੀ। ਹੁਣ ਜਿੰਨਾ ਮਹਾਨ ਆਦਮੀ ਹੋਵੇਗਾ, ਆਪਣੇ ਆਪ ਨੂੰ ਸਮਝੇਗਾ, ਉਨੀ ਹੀ ਚੋਟ ਜ਼ਿਆਦਾ ਲੱਗੇਗੀ। ਜਿੰਨਾ ਸਾਧਾਰਨ ਹੋਵੇਗਾ,
ਓਨੀ ਉਹਨੂੰ ਘੱਟ ਚੋਟ ਲੱਗਦੀ। ਤੇ ਜਿਹੜਾ ਜਾਣ ਲੈਂਦਾ ਹੈ ਉਹ ਜਾਣਦਾ ਹੈ ਵੀ ਮੈਂ ਤੇ ਇੱਧਰ ਹੈ ਹੀ ਨਹੀਂ। ਜਿਹੜਾ ਹੈ ਹੀ ਨਹੀਂ ਉਹਨੂੰ ਚੋਟ ਨਹੀਂ ਲੱਗਦੀ ਹੈ, ਫਿਰ ਨਾਰਾਜ਼ਗੀ ਵੀ ਨਹੀਂ ਹੁੰਦੀ। ਕੋਈ ਬੁਰਾ ਕਹੇ ਭਾਵੇਂ ਭਲਾ ਕਹੇ, ਹਮ ਤਨ ਦਿਓ ਹੈ ਡਾਰ। अब मैं चली प्रभु के द्वार। तो कोई कुछ भी कही जावे ਉਹਦੀ ਚੋਟ नहीं लगती है। ਜਿਹੜਾ ਜਾਣ ਲੈਂਦਾ ਹੈ मैं कुछ नहीं है, ਤੇ ਜਿਹੜਾ ਜਾਣ ਲੈਂਦਾ ਹੈ मैं कुछ है ही नहीं, ਉਹ ਹੀ ਜਾਣਦਾ ਹੈ ਸਭ ਪਰਮਾਤਮਾ। ਤੇ ਜਿਹੜਾ ਜਾਣ ਲੈਂਦਾ ਸਭ ਪਰਮਾਤਮਾ ਹੈ, ਉਹ ਫਿਰ ਨਿਸ਼ਚਿੰਤ ਹੋ ਜਾਂਦਾ ਹੈ।